ਧੰਨ ਵਾਹਿਗੁਰੂ ਸਾਹਿਬ ਜੀਓ। ਏ ਨਿਤਰੋ ਮੇਰਿਓ ਹਰ ਤੁਮ ਮਹਿ ਜੋਤ ਤਰੀ। हर बिन अवर ना देखो कोई, हर बिन अवर ना देखो कोई। नदरी हर निहालिया एह विस संसार तुम देख दे। एह हर का रूप है, हर रूप नदरी आया। गुर प्रसादी बुझिया, जा वेखा हर एक है। हर बिन अवर ना कोई, कहे नानक एह नेत्र अंध से। सतगुर मिले दिव दृष्ट होई। कह नानक एह नेत्र अंध से। सतगुर मिले दिव दृष्ट होई। परम सन्मानयोग गुरु सवारी साध संगत जीओ, सतगुरां दी अपार बख्शिश दे नाल आनंद साहिब दी पावन बाणी दी विचार नूं लड़ीवार समझण दा यतन कर रहे हां। तिस लड़ी दे तहत 36 नंबर पौड़ी का पाठ आपां बड़े प्यार दे नाल हुणे सरवण कीता है। आओ इस पौड़ी नूं विचारण तो पहलां कलगीधर पिता वल्लों बख्शिश कीती हुई गुरफतेह दे नाल सांझ पाईए। परवानो जी फतेह। वाहिगुरू जी का खालसा, वाहिगुरू जी की फतेह। गुरु सवारी साध संगत जीओ, गुरु सानू एक दृष्टि दिंदा है, एक नज़रिया दिंदा है। ते जिहड़ा गुरु दा नज़रिया है, जिहड़ी गुरु दी दिती हुई दृष्टि है, उस दृष्टि दे विचों ये गल साडे सामने आउंदी है कि गुरु जिहड़ी दृष्टि सानू बख्शिश करदे ने, उस दृष्टि नूं प्राप्त करके इस समुचे संसार दे अंदर उस अकाल पुरख परमात्मा की सर्व व्यापकता, उहदी होंद, उहदे टिकाणे का एहसास हर एक थां दे उत्ते, हर एक जीव दे विच, हर एक कण दे विच हुंदा है। सो सतगुरु सानू इहो जी दृष्टि बख्शिश करते ने कि
ਤੈਨੂੰ ਹਰ ਥਾਂ ਦੇ ਉੱਤੇ ਉਹ ਅਕਾਲ ਪੁਰਖ ਪਰਮਾਤਮਾ ਨਜ਼ਰ ਆਵੇ। ਹਰ ਇੱਕ ਜੀਵ ਦੇ ਅੰਦਰ ਪਰਮਾਤਮਾ ਦੀ ਹੋਂਦ, ਪਰਮਾਤਮਾ ਦੀ ਜੋਤ ਜਿਹੜੀ ਹੈ ਉਹ ਨਜ਼ਰ ਆਵੇ। ਹਰ ਇੱਕ ਕਣ ਦੇ ਵਿੱਚ ਉਸ ਪਰਮਾਤਮਾ ਦਾ ਅਹਿਸਾਸ ਤੈਨੂੰ ਨਜ਼ਰ ਆਵੇ। ਬਲਕਿ ਜਦੋਂ ਆਪਾਂ ਪਾਵਨ ਬਾਣੀ ਨੂੰ ਪੜ੍ਹਨ ਦਾ ਯਤਨ ਕਰਦੇ ਹਾਂ ਤੇ ਵੇਖੋ ਗੁਰੂ ਨੇ ਜਿਹੜੀ ਦ੍ਰਿਸ਼ਟੀ ਬਖਸ਼ਿਸ਼ ਕੀਤੀ ਉਹ ਦ੍ਰਿਸ਼ਟੀ ਬੜੀ ਪਿਆਰੀ ਹੈ। ਸਤਿਗੁਰੂ ਜੀ ਕਹਿੰਦੇ ਨੇ, ਜਹਾਂ ਜਹਾਂ ਪੇਖੂੰ ਤਹਾਂ ਹਜ਼ੂਰ, ਦੂਰ ਕਤਹੂ ਨਾ ਜਾਈ, ਰਵ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ। ਸਤਿਗੁਰੂ ਜੀ ਇਹ ਦ੍ਰਿਸ਼ਟੀ ਇਸ ਇਨਸਾਨ ਨੂੰ ਬਖਸ਼ਿਸ਼ ਕਰਦੇ ਨੇ ਕਿ हे ਇਨਸਾਨ, ਆਪਣੇ ਮਨ ਨੂੰ ਇਹ ਗੱਲ ਦ੍ਰਿੜ ਕਰਵਾ ਕਿ हे ਮਨਾ, ਤੂੰ ਉਸ ਪਰਮਾਤਮਾ ਨੂੰ ਧਿਆਉਣਾ ਹੈ, ਉਸ ਪਰਮਾਤਮਾ ਨੂੰ ਤੂੰ ਚੇਤੇ ਕਰਨਾ ਹੈ, ਉਸ ਪਰਮਾਤਮਾ ਦੇ ਨਾਲ ਜੁੜਨਾ ਹੈ ਜਿਹੜਾ ਪਰਮਾਤਮਾ ਹਰ ਥਾਂ ਦੇ ਉੱਤੇ ਮੌਜੂਦ ਹੈ ਤੇ ਸਾਰਿਆਂ ਦੇ ਅੰਦਰ ਵਸਿਆ ਹੋਇਆ ਹੈ, ਜਿਹੜਾ ਪਰਮਾਤਮਾ ਸਰਬ ਵਿਆਪਕ ਹੈ। ਕਿਉਂਕਿ ਜਦੋਂ ਅਸੀਂ ਇਹੋ ਜਿਹੇ ਪਰਮਾਤਮਾ ਨੂੰ ਧਿਆਵਾਂਗੇ, ਜਿਸ ਰੱਬ ਦੀ ਗੱਲ ਪਾਵਨ ਬਾਣੀ ਨੇ ਕੀਤੀ ਹੈ, ਜਦੋਂ ਅਸੀਂ ਉਸ ਰੱਬ ਨੂੰ ਧਿਆਵਾਂਗੇ ਫਿਰ ਕਦੇ ਵੀ ਅਸੀਂ ਆਪਣੇ ਆਪ ਨੂੰ ਰੱਬ ਤੋਂ ਵੱਖਰਾ ਨਹੀਂ ਸਮਝਾਂਗੇ। ਫਿਰ ਕਦੇ ਵੀ ਸਾਨੂੰ ਇਉਂ ਨਹੀਂ ਲੱਗੇਗਾ ਵੀ ਰੱਬ ਜਿਹੜਾ ਹੈ ਉਹ ਮੇਰੇ ਤੋਂ ਵੱਖਰਾ ਹੈ, ਰੱਬ ਮੇਰੇ ਤੋਂ ਦੂਰ ਹੈ, ਜਾਂ ਰੱਬ ਕਿਸੇ ਵਿਸ਼ੇਸ਼ ਥਾਂ ਤੇ ਬੈਠਾ ਹੈ, ਜਾਂ ਰੱਬ ਜਿਹੜਾ ਹੈ ਉਹ ਵਿਸ਼ੇਸ਼ ਰੂਪ ਦੇ ਵਿੱਚ ਹੈ। ਫਿਰ ਸਤਿਗੁਰੂ ਜੀ ਕਹਿੰਦੇ ਨੇ, ਜਹਾਂ ਜਹਾਂ ਪੇਖੂੰ, ਤੂੰ ਜਿੱਥੇ ਜਿੱਥੇ ਵੀ ਜਾਏਗਾ ਨਾ ਉੱਥੇ ਰੱਬ ਦੀ ਹੋਂਦ ਦਾ ਅਹਿਸਾਸ ਤੇਰੀ ਜ਼ਿੰਦਗੀ ਦੇ ਅੰਦਰ ਬਣਿਆ ਰਹੇਗਾ। ਫਿਰ ਭਾਵੇਂ ਤੂੰ ਇੱਕ ਵਸਦੇ ਨਗਰ ਦੇ ਵਿੱਚ ਹੈ ਜਾਂ ਫਿਰ ਕਿਸੇ ਜੰਗਲ ਤੇ ਬੀਆਬਾਨ ਦੇ ਵਿੱਚ ਹੈ, ਫਿਰ ਭਾਵੇਂ ਤੂੰ ਵੈਰੀਆਂ ਦੇ ਵਿੱਚ ਹੈ ਜਾਂ ਦੁਸ਼ਮਣਾਂ ਦੇ ਵਿੱਚ ਹੈ, ਫਿਰ ਭਾਵੇਂ ਤੂੰ ਕਿਸੇ ਇਕੱਠ ਦੇ ਵਿੱਚ ਹੈ ਜਾਂ ਤੂੰ ਇਕੱਲਾ ਹੈ, ਉਹ ਪ੍ਰਮਾਤਮਾ ਹਰ ਥਾਂ ਦੇ ਉੱਤੇ ਤੈਨੂੰ ਨਜ਼ਰ ਆਵੇਗਾ, ਜਿਹਨੂੰ ਬਾਣੀ ਨੇ ਇਸ ਢੰਗ ਦੇ ਨਾਲ ਬਿਆਨ ਕੀਤਾ ਹੈ। ਵੇਖੋ, ਆਪਾਂ ਭਗਤ ਰਵਿਦਾਸ ਜੀ ਦਾ ਮੁਬਾਰਕ ਬਚਨ ਪੜ੍ਹਦੇ ਹਾਂ ਤੇ ਉਹਨਾਂ ਨੇ ਬੜੀ ਪਿਆਰੀ ਗੱਲ ਕਹੀ ਹੈ। ਉਹ ਕਹਿਣ ਲੱਗੇ, ਮਾਧਵੇ ਕਿਆ ਕਹੀਏ ਭਰਮ ਐਸਾ। ਮਾਧਵੇ ਦੇ ਅਰਥ ਨੇ ਮਾਇਆ ਦਾ ਪਤੀ। ਭਗਤ ਰਵਿਦਾਸ ਜੀ ਕਹਿਣ ਲੱਗੇ, ਹੇ ਮਾਇਆ ਦੇ ਪਤੀ ਪ੍ਰਭੂ ਜੀ, ਵਾਹਿਗੁਰੂ ਜੀ, ਤੁਹਾਨੂੰ ਕੀ ਦੱਸੀਏ ਵੀ ਸਾਡੇ ਮਨਾਂ ਦੇ ਅੰਦਰ ਨਾ ਇੱਕ ਇਹੋ ਜਿਹਾ ਭਰਮ ਪੈਦਾ ਹੋ ਚੁੱਕਾ ਸੀ। ਅਸੀਂ ਇਹੋ ਜਿਹਾ ਇੱਕ ਭਰਮ ਆਪਣੇ ਜੀਵਨ ਦੇ ਵਿੱਚ ਪਾਲ ਕੇ ਬੈਠੇ ਸਾਂ, ਜੈਸਾ ਮਾਨੀਏ ਹੋਏ ਨਾ ਤੈਸਾ। ਉਹ ਭਰਮ ਕੀ ਸੀ ਵੀ ਜਿਹੋ ਜਿਹਾ ਅਸੀਂ ਤੈਨੂੰ ਮੰਨ ਕੇ ਬੈਠੇ ਸਨ ਉਹੋ ਜਿਹੇ ਤੁਸੀਂ ਹੋ ਨਹੀਂ ਸੋ। ਹੁਣ ਅਸੀਂ ਕੀ ਮੰਨ ਕੇ ਬੈਠੇ ਸਾਂ? ਪਾਵਨ ਬਾਣੀ ਦੇ ਵਿੱਚੋਂ ਹੀ ਆਪਾਂ ਇਸ ਗੱਲ ਨੂੰ ਸਮਝਣ ਦਾ ਯਤਨ ਕਰੀਏ। ਹੁਣ ਇਨਸਾਨ ਰੱਬ ਦੇ ਪ੍ਰਤੀ ਇਹ ਮੰਨ ਕੇ ਬੈਠਾ ਸੀ, ਜਿਹਦੀ ਗੱਲ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਦੱਖਣ ਦੇਸ਼ ਹਰੀ ਕਾ ਬਾਸਾ, ਪਸ਼ਚਮ ਅੱਲਾ ਮੁਕਾਮਾ। ਹੁਣ ਇਨਸਾਨ ਆ ਮੰਨ ਕੇ ਬੈਠਾ ਸੀ ਵੀ ਪਰਮਾਤਮਾ
कोई कह रहा सी भी दक्षिण दे विच वस रहा ते कोई कह रहा सी भी परमात्मा पश्चिम दे विच वस रहा। सतगुरु जी कहन लगे भी आ साडा भरम सी, इहो जिहा असीं मन के बैठे सां भी रब नूं किसे थां दे उत्ते, किसे निश्चित जगह दे उत्ते, किसे निश्चित दिशा दे वल असीं मन के बैठे सां। ये साडा बड़ा वड्डा भरम सी। पर भगत रविदास जी कहंदे ने जदों मैं उस रब नूं सचमुच ही समझ लिया, जदों उस परमात्मा नूं मैं जान लिया, जिहड़ी गल भगत कबीर साहब जी कहते हैं ना, दखण देश हरीका बासा पश्चिम अल्लाह मुकामा, दिल में खोज दिले दिल खोजो यही ठौर मुकामा। भगत रविदास जी कहते हैं जदों मैं अपने अंदर बैठे परमात्मा नूं वेख लिया, जदों मैं सारी दुनिया के अंदर उसकी सर्व व्यापकता नूं वेख लिया, फिर मैनूं ये एहसास होया। फिर भगत रविदास जी कहन लगे मैनूं ये गल कहनी पई, जैसा मानीए होए ना तैसा। रब जी जिहो जिहा असीं मन के बैठे सा ना, उहो जे तुसीं हो नहीं सो। माधवे क्या कहिए भ्रम ऐसा, जैसा मानीए होए ना तैसा। तो उन्होंने उदाहरण दी है, नरपत एक सिंघासन सोया, सुपने पया भिखारी, अशत राज बिशरत दुख पाया, सो गत पई हमारी। इसे शब्द के अखीर दे विच आकर के भगत रविदास जी एक गल बड़ी प्यारी कहते हैं। वो कहते ने कह रविदास हाथ पै नेरै, सहजे होए सो होई। उन्होंने परमात्मा की सर्व व्यापकता नूं जदों साडे सामने बयान किया है, तो कहते ने भी हे रविदास ये गल आख भी रब तां हथ तो भी तेरे नेड़े है, भाव इन्ना नज़दीक है भी वो परमात्मा कदे तेरी जिंदगी दे विचों दूर गया ही नहीं। वो गल वखरी है भी तू कदे नहीं एहसास किया, तेनू उस परमात्मा की होंद का एहसास नहीं कदे आया। सो बाणी कहती है जिदन तेनू बाणी वाले रब की गल समझ आ गई, जेड़ी रब की व्याख्या बाणी ने की है, फिर रब तेनू दूर नहीं जापेगा। फिर वो परमात्मा तेनू इस संसार तो वखरा नहीं जापेगा। भगत कबीर साहब जी का ही आप एक बचन पढ़ते हैं, उन्होंने बड़ी प्यारी गल कही। वो कह लगे भी जे रब नूं वेखना है ना, तो इहो जे चश्मे ला। वेखो जदों बंदे की निगाह कमज़ोर हो जाती है, जदों उहदी नज़र वीक हो जाती है, वेखण शक्ति जिहड़ी है वो घट जाती है, फिर उन्होंने वस्तुआं जिहड़ियां ने वो धुंधलियां नज़र आउंदियां ने, या तां उन्होंने धुंधलियां नज़र आउणगियां या फिर बिल्कुल नहीं नज़र आउणगियां। सो जदों उन्होंने वस्तुआं धुंधलियां नज़र आउंदियां ने ना, वो आई डॉक्टर दे कोल जाके जदों अपनियां अखां चैक करवाउंदा है बाहरी तौर ते डॉक्टर उन्होंने सलाह दिंदा है बई जे तू दूर दी निगाह नूं या नेड़े दी वस्तु नूं या दूर दी वस्तु नूं तू साफ वेखना चाहुंदा तो तैनूं चश्मा लाउणा पवेगा, ऐनक लाउणी पवेगी। ते आ उसका नंबर है, तू ये ऐनक जिहड़ी है वो ला, ते तैनूं सब कुछ सफाई दे नाल नज़र आना शुरू हो जाएगा, धुंधला नज़र नहीं आएगा। हुण डॉक्टर चैकअप करके जे उहदी दूर दी निगाह घट है तो उन्होंने ओहो जे नंबर का चश्मा दिंदा है, जे उहदी नेड़े दी निगाह घट है तो उन्होंने नेड़े दा ओहो जे नंबर का चश्मा दिंदा है। सो भगत कबीर साहब जी ने भी ना एक गल बड़ी प्यारी साडे सामने रखी है। वो कहन लगे बई तेरियां मन दियां अखां भी जिहड़ियां ने ना वो धुंधलियां हो चुकियां ने। वैसे बाणी ने
ਸਪਸ਼ਟ ਸ਼ਬਦਾਂ ਦੇ ਅੰਦਰ ਇਹ ਗੱਲ ਸਾਡੇ ਸਾਹਮਣੇ ਰੱਖੀ ਹੈ, ਅੰਧੇ ਇਹ ਨਾ ਆਖੀਐ ਜਿਨ ਮੁਖ ਲੋਇਣ ਨਾਹੀਂ, ਅੰਧੇ ਸੇ ਨਾਨਕਾ ਜੇ ਖਸਮੋ ਕੁੱਥੇ ਜਾਹੇ। ਜਾਂ ਪਾਵਨ ਬਾਣੀ ਨੇ ਇਹਨਾਂ ਸਰੀਰ ਦੀਆਂ ਅੱਖਾਂ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ। ਬਾਣੀ ਕਹਿੰਦੀ ਹੈ ਇਹ ਸਰੀਰ ਦੀਆਂ ਅੱਖਾਂ ਤੇਰੇ ਲਈ ਖਾਸ ਹੋ ਸਕਦੀਆਂ ਨੇ ਕੇਵਲ ਇਸ ਸੰਸਾਰ ਤੇ ਰਹਿਣ ਦੇ ਲਈ, ਦੁਨੀਆ ਦੇ ਵਿੱਚ ਇਸ ਬਾਹਰੀ ਜ਼ਿੰਦਗੀ ਨੂੰ ਜੀਣ ਦੇ ਲਈ, ਪਰ ਰੱਬ ਦੇ ਦਰ ਦੇ ਉੱਤੇ ਇਹਨਾਂ ਸਰੀਰ ਦੀਆਂ ਅੱਖਾਂ ਦੀ ਕੋਈ ਵੈਲਿਊ ਨਹੀਂ ਹੈ। ਰੱਬ ਨੂੰ ਵੇਖਣ ਦੇ ਲਈ ਇਹ ਸਰੀਰ ਦੀਆਂ ਅੱਖਾਂ ਜਿਹੜੀਆਂ ਨੇ ਇਹ ਸਕਾਰਥ ਨਹੀਂ। ਰੱਬ ਨੂੰ ਵੇਖਣ ਦੇ ਲਈ ਕਿਹੜੀਆਂ ਅੱਖਾਂ ਦੀ ਜ਼ਰੂਰਤ ਹੈ? ਤੇ ਆਪਾਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦਾ ਬਚਨ ਪੜ੍ਹਦੇ ਹਾਂ, ਭੈ ਕੇ ਚਰਨ ਕਾਰ ਭਾਵ ਕੇ ਲੋਇਣ ਸੁਰਤ ਕਰੇ। ਸੁਰਤ ਦੀਆਂ ਅੱਖਾਂ, ਮਨ ਦੀਆਂ ਅੱਖਾਂ। ਸੋ ਬੇਨਤੀ ਕਰ ਸੀ ਵੀ ਭਗਤ ਕਬੀਰ ਸਾਹਿਬ ਜੀ ਨੇ ਵੀ ਬਖਸ਼ਿਸ਼ ਕੀਤੀ। ਜਿਵੇਂ ਇੱਕ ਡਾਕਟਰ ਆਈਜ਼ ਮਰੀਜ਼ ਨੂੰ ਚਸ਼ਮੇ ਦੀ ਲਾਉਣ ਦੀ ਗੱਲ ਆਖਦਾ ਹੈ ਜਦੋਂ ਉਹਦੀ ਨਿਗਾਹ ਘਟ ਜਾਂਦੀ ਹੈ, ਤੇ ਭਗਤ ਕਬੀਰ ਸਾਹਿਬ ਜੀ ਵੀ ਕਹਿੰਦੇ ਨੇ ਵੀ ਇਸ ਦੁਨੀਆ ਦੀ ਚਕਾਚੌਂਧ ਦੇ ਵਿੱਚ ਨਾ, ਦੁਨੀਆ ਦੀ ਚਕਾਚੌਂਧ ਦੀ ਫਲਸ਼ ਤੇਰੀਆਂ ਮਨ ਦੀਆਂ ਅੱਖਾਂ ਤੇ ਐਸੀ ਪਈ ਕਿ ਤੇਰੀ ਮਨ ਦੀ ਇਹ ਅੱਖਾਂ ਦੀ ਨਜ਼ਰ ਜਿਹੜੀ ਸੀ ਨਾ ਉਹ ਘਟ ਗਈ, ਧੁੰਦਲੀ ਹੋ ਗਈ। ਤੈਨੂੰ ਹੁਣ ਉਹ ਪਰਮਾਤਮਾ ਜਿਹੜਾ ਹੈ ਨਾ ਉਹ ਸਾਫ਼ ਨਜ਼ਰ ਨਹੀਂ ਆ ਰਿਹਾ। ਤੈਨੂੰ ਉਹ ਪਰਮਾਤਮਾ ਜਿਹੜਾ ਹੈ ਨਾ ਉਹ ਨਜ਼ਰ ਨਹੀਂ ਆ ਰਿਹਾ। ਤੈਨੂੰ ਦੁਨੀਆ ਦੇ ਪਦਾਰਥ ਤਾਂ ਨਜ਼ਰ ਆ ਰਹੇ ਨੇ, ਤੈਨੂੰ ਵੱਡਾ ਘਰ ਨਜ਼ਰ ਆ ਜਾਂਦਾ ਹੈ, ਪਰ ਉਸ ਵੱਡੇ ਘਰ ਦੇ ਪਿੱਛੇ ਉਸ ਪਰਮਾਤਮਾ ਦੀ ਬਖਸ਼ਿਸ਼ ਨਜ਼ਰ ਨਹੀਂ ਆਉਂਦੀ। ਤਾਈਓ ਤਾਂ ਤੂੰ ਇਹ ਗੱਲ ਕਹਿੰਦਾ ਵੀ ਇਹ ਮੇਰਾ ਘਰ ਹੈ। ਤੈਨੂੰ ਪੁੱਤ ਨਜ਼ਰ ਆ ਜਾਂਦਾ, ਪਰ ਜਿਸ ਪਰਮਾਤਮਾ ਨੇ ਪੁੱਤ ਦਿੱਤਾ ਹੈ ਉਹ ਪੁੱਤ ਤੈਨੂੰ, ਉਹ ਪਰਮਾਤਮਾ ਤੈਨੂੰ ਨਜ਼ਰ ਹੀ ਨਹੀਂ ਆਉਂਦਾ। ਧੁੰਦਲਾ ਪੈ ਗਿਆ ਨਾ, ਪਰਮਾਤਮਾ ਨਜ਼ਰ ਨਹੀਂ ਆ ਰਿਹਾ ਇਹਨਾਂ ਮਨ ਦੀਆਂ ਅੱਖਾਂ ਨੂੰ। ਸੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਵੀ ਤੂੰ ਚਸ਼ਮੇ ਲਵਾ, ਗੁਰੂ ਡਾਕਟਰ ਦੇ ਕੋਲ ਜਾ ਕੇ ਇੱਕ ਚਸ਼ਮਾ ਲਵਾ ਤਾਂ ਕਿ ਤੈਨੂੰ ਉਹ ਪਰਮਾਤਮਾ ਨਜ਼ਰ ਆ ਜਾਵੇ। ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਗੁਰੂ ਸਾਨੂੰ ਇੱਕ ਦ੍ਰਿਸ਼ਟੀ ਦਿੰਦਾ ਹੈ, ਗੁਰੂ ਇੱਕ ਨਜ਼ਰੀਆ ਦਿੰਦਾ ਹੈ, ਤੇ ਜਦੋਂ ਗੁਰੂ ਦਾ ਨਜ਼ਰੀਆ ਸਾਡੇ ਕੋਲ ਆਉਂਦਾ ਹੈ ਫਿਰ ਗੁਰੂ ਦੇ ਨਜ਼ਰੀਏ ਦੇ ਰਾਹੀਂ ਉਹ ਪਰਮਾਤਮਾ, ਉਹ ਵਾਹਿਗੁਰੂ, ਉਹ ਸੱਚ, ਉਹ ਸਾਨੂੰ ਹਰ ਥਾਂ ਦੇ ਉੱਤੇ ਨਜ਼ਰ ਆਉਂਦਾ ਹੈ। ਤੁਸੀਂ ਵੇਖੋ ਵੀ ਇਤਿਹਾਸ ਦੇ ਕਿੰਨੇ ਪਿਆਰੇ ਪੰਨੇ ਨੇ। ਆਪਾਂ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਜਦੋਂ ਭਾਈ ਕਨ੍ਹਈਆ ਜੀ ਦਾ ਜ਼ਿਕਰ ਕਰਦੇ ਹਾਂ ਤੇ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਵੀ ਭਾਈ ਕਨ੍ਹਈਆ ਜੀ ਜੰਗ ਦੇ ਮੈਦਾਨ ਦੇ ਵਿੱਚ, ਸਾਖੀ ਲੰਮੇਰੀ ਹੈ ਪਰ ਮੈਂ ਸੰਖੇਪ ਦੇ ਵਿੱਚ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ ਕਿਉਂਕਿ ਆਪਾਂ ਬਹੁਤ ਵਾਰੀ ਇਹ ਸਾਖੀ ਸੁਣੀ ਵੀ ਹੈ ਤੇ ਭਾਈ ਕਨ੍ਹਈਆ ਜੀ ਦੇ ਨਾਮ ਦੇ ਉੱਤੇ ਬਹੁਤਾਂਤ ਸੰਸਥਾਵਾਂ ਵੀ ਜਿਹੜੀਆਂ ਨੇ ਉਹ ਕਾਇਮ ਹੋਈਆਂ ਨੇ ਤੇ ਉਹ ਸੇਵਾਵਾਂ ਨਿਭਾ ਰਹੀਆਂ ਨੇ। ਆਪਾਂ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਇਹ ਸਾਖੀ ਪੜ੍ਹਦੇ ਹਾਂ ਵੀ ਭਾਈ ਕਨ੍ਹਈਆ ਜੀ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਉਹਨਾਂ ਦੀ ਇਹ ਡਿਊਟੀ ਲੱਗੀ ਹੈ, ਇਹ ਸੇਵਾ ਲਗਾਈ ਗਈ ਹੈ ਕਿ ਤੁਸੀਂ ਜਿਹੜੇ ਜ਼ਖਮੀ ਸਿੰਘ ਨੇ ਉਹਨਾਂ ਦੀ ਮਲਮ ਪੱਟੀ ਕਰਨੀ ਹੈ ਤੇ ਜੰਗ ਦੇ ਮੈਦਾਨ ਦੇ ਵਿੱਚ ਜਿਹੜੇ ਲੋੜਵੰਦ ਨੇ ਰਸਦ ਪਾਣੀ ਦੇ, ਉਹਨਾਂ ਤੱਕ ਰਸਦ ਪਾਣੀ ਪਹੁੰਚਾਉਣਾ ਹੈ। ਜੇ ਕਿਸੇ ਨੂੰ ਪਾਣੀ ਦੀ ਜ਼ਰੂਰਤ ਹੈ ਤੇ ਪਾਣੀ ਪਹੁੰਚਾਉਣਾ ਹੈ, ਜੇ ਕਿਸੇ ਨੂੰ ਰਸਦ ਦੀ ਜ਼ਰੂਰਤ ਹੈ ਤੇ ਰਸਦ ਪਹੁੰਚਾਉਣੀ ਹੈ, ਜੇ ਕਿਸੇ ਨੂੰ ਗੋਲੇ ਬਾਰੂਦ ਦੀ ਜ਼ਰੂਰਤ ਹੈ ਤੇ ਗੋਲਾ ਬਾਰੂਦ ਪਹੁੰਚਾਉਣਾ ਹੈ। ਸੋ ਇਹੋ ਜਿਹੀ ਇੱਕ ਸੇਵਾ ਨਿਭਾ ਰਹੇ ਨੇ ਜੰਗ ਦੇ ਮੈਦਾਨ ਦੇ ਵਿੱਚ, ਕਿਉਂਕਿ ਉਸ ਵੇਲੇ ਡਿਊਟੀਆਂ ਲੱਗਦੀਆਂ ਸਨ। ਅੱਜ ਵੀ ਆਪਾਂ ਵੇਖਦੇ ਹਾਂ ਜਦੋਂ ਫੌਜੀਆਂ ਦੀਆਂ ਜੰਗਾਂ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਬਕਾਇਦਾ ਉਹਨਾਂ ਨੇ ਕੰਮ ਵੰਡੇ ਹੁੰਦੇ ਨੇ ਵੀ ਤੁਸੀਂ ਫਰੰਟ ਤੇ ਰਹਿਣਾ ਹੈ, ਉੱਥੇ ਜਾ ਕੇ ਤੁਸੀਂ
ਹਥਿਆਰ ਹੱਥ ਦੇ ਵਿੱਚ ਫੜ ਕੇ ਦੁਸ਼ਮਣ ਦਾ ਮੁਕਾਬਲਾ ਕਰਨਾ ਹੈ। ਫਿਰ ਉਹਨਾਂ ਤੋਂ ਪਿੱਛੇ ਇੱਕ ਹੋਰ ਬਟਾਲੀਅਨ ਨੂੰ ਇਹ ਡਿਊਟੀ ਦਿੱਤੀ ਜਾਂਦੀ ਹੈ ਵੀ ਤੁਸੀਂ ਇਹਨਾਂ ਤੱਕ ਗੋਲਾ ਬਾਰੂਦ ਪਹੁੰਚਾਉਣਾ ਹੈ, ਤੁਸੀਂ ਰਸਦ ਪਾਣੀ ਪਹੁੰਚਾਉਣਾ ਹੈ, ਤੁਸੀਂ ਇਹਨਾਂ ਦੀ ਇਸ ਪਾਸੇ ਤੋਂ ਮਦਦ ਕਰਨੀ ਹੈ, ਤੁਸੀਂ ਇਸ ਪਾਸੇ ਤੋਂ ਮਦਦ ਕਰਨੀ ਹੈ। ਸੋ ਉਹਨਾਂ ਵੇਲਿਆਂ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਇਹੋ ਜਿਹੀ ਫੌਜ ਜਿਹੜੀ ਹੈ ਉਹ ਤਿਆਰ ਕੀਤੀ ਸੀ। ਮੈਂ ਇਹ ਬੇਨਤੀ ਨਾਲ ਹੀ ਕਰਦਾ ਜਾਵਾਂ ਵੀ ਉਹ ਇੱਕ ਫੌਜ ਸਿੱਖਿਅਕ ਫੌਜ ਸੀ। ਉਹ ਕੋਈ ਇਹ ਨਹੀਂ ਵੀ ਪਿੰਡਾਂ ਦੇ ਵਿੱਚੋਂ ਲੋਕ ਉੱਠ ਕੇ ਉਹ ਧੜਾ ਧੜ ਲੜਨ ਦੇ ਲਈ ਤੁਰ ਪਏ। ਬਕਾਇਦਾ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਤਿਆਰੀ ਕਰਾਈ ਸੀ। ਹਰ ਪੱਖ ਤੋਂ ਉਹਨਾਂ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ, ਉਹਨਾਂ ਦੀਆਂ ਡਿਊਟੀਆਂ ਜਿਹੜੀਆਂ ਸਨ ਉਹ ਸੌਂਪੀਆਂ ਹੋਈਆਂ ਸਨ। ਅਤੇ ਭਾਈ ਕਨ੍ਹੱਈਆ ਜੀ ਵੀ ਇੱਕ ਫੌਜੀ ਸਨ। ਉਹ ਗੁਰੂ ਘਰ ਦੇ ਵੱਡੇ ਜਰਨੈਲ ਸਨ, ਫੌਜੀ ਸਨ। ਹੁਣ ਉਸ ਦੇ ਦੌਰਾਨ ਉਹਨਾਂ ਦੀ ਇਹ ਡਿਊਟੀ ਲੱਗੀ ਹੈ ਕਿ ਤੁਸੀਂ ਰਸਦ ਪਾਣੀ, ਮਲਮ ਪੱਟੀ, ਆਪਾਂ ਇਉਂ ਕਹਿ ਸਕਦੇ ਹਾਂ ਵੀ ਭਾਈ ਕਨ੍ਹੱਈਆ ਜੀ ਜਿਹੜੇ ਸਨ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਫੌਜ ਦੇ ਵਿੱਚ ਡਾਕਟਰੀ ਦੀ ਸੇਵਾ ਵੀ ਨਿਭਾ ਰਹੇ ਸਨ। ਜੇ ਉਹ ਰਸਦ ਪਾਣੀ ਵਾਲਾ ਉਹਨਾਂ ਦੇ ਕੋਲ ਉਹ ਸਾਰਾ ਅਖਤਿਆਰ ਸੀ ਅਤੇ ਡਾਕਟਰੀ ਦੀ ਸੇਵਾ ਵੀ ਜਿਹੜੀ ਹੈ ਉਹਨਾਂ ਦੇ ਕੋਲ ਸੀ। ਜੇ ਆਪਾਂ ਭਾਈ ਕਨ੍ਹੱਈਆ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਫੌਜ ਦੇ ਉਸ ਵੇਲੇ ਦੇ ਡਾਕਟਰ ਵੀ ਕਹਿ ਲਈਏ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਅਤਕਥਨੀ ਹੋਵੇਗੀ। ਖੈਰ, ਆਪਾਂ ਗੱਲ ਕਰ ਰਹੇ ਸਾਂ ਵੀ ਗੁਰੂ ਜਿਹੜੀ ਸਾਨੂੰ ਦ੍ਰਿਸ਼ਟੀ ਦਿੰਦਾ ਹੈ, ਜਿਹੜਾ ਸਾਨੂੰ ਨਜ਼ਰੀਆ ਦਿੰਦਾ ਹੈ। ਹੁਣ ਭਾਈ ਕਨ੍ਹੱਈਆ ਜੀ ਦੀਆਂ ਇਹ ਸੇਵਾਵਾਂ ਲੱਗੀਆਂ ਨੇ ਜੰਗ ਦੇ ਮੈਦਾਨ ਦੇ ਵਿੱਚ, ਅਤੇ ਇਤਿਹਾਸ ਦੇ ਪੰਨਿਆਂ ਨੂੰ ਜਦੋਂ ਆਪਾਂ ਫਰੋਲਦੇ ਹਾਂ ਅਤੇ ਇਤਿਹਾਸ ਦੇ ਪੰਨੇ ਸਾਡੇ ਸਾਹਮਣੇ ਆਉਂਦੇ ਨੇ ਕਿ ਭਾਈ ਕਨ੍ਹੱਈਆ ਜੀ ਜਿਹੜੇ ਨੇ ਉਹ ਜਿੱਥੇ ਸਿੱਖਾਂ ਨੂੰ ਉਹਨਾਂ ਦੀਆਂ ਮੁੱਢਲੀਆਂ ਲੋੜਾਂ ਪ੍ਰੋਵਾਈਡ ਕਰਾ ਰਹੇ ਨੇ, ਉੱਥੇ ਨਾਲ ਦੁਸ਼ਮਣ ਫੌਜਾਂ ਨੂੰ ਵੀ ਜੋ ਉਹਨਾਂ ਦੇ ਸਾਹਮਣੇ ਆਉਂਦਾ ਹੈ, ਜਿਹੜਾ ਉਹਨਾਂ ਦੇ ਕੋਲੋਂ ਮੰਗ ਕਰਦਾ ਹੈ ਜਿਹੋ ਜੀ, ਉਹਦੀ ਉਸ ਮੰਗ ਨੂੰ ਪੂਰੀਆਂ ਕੀਤਾ ਜਾ ਰਿਹਾ। ਜੇ ਕੋਈ ਪਾਣੀ ਮੰਗ ਰਿਹਾ ਤੇ ਪਾਣੀ ਪਿਆ ਜਾ ਰਿਹਾ ਹੈ। ਜੇ ਭਾਈ ਕਨ੍ਹੱਈਆ ਜੀ ਨੂੰ ਇਹ ਮਹਿਸੂਸ ਹੁੰਦਾ ਵੀ ਇਹ ਜੰਗ ਦੇ ਮੈਦਾਨ ਦੇ ਵਿੱਚ ਲੜਦਾ ਲੜਦਾ ਫੱਟੜ ਹੋ ਚੁੱਕਾ ਹੈ ਅਤੇ ਇਸ ਨੂੰ ਮਲਮ ਪੱਟੀ ਦੀ, ਦਵਾ ਦਾਰੂ ਦੀ ਜ਼ਰੂਰਤ ਹੈ ਅਤੇ ਉਹਨੂੰ ਮਲਮ ਪੱਟੀ ਕੀਤੀ ਜਾਂਦੀ ਹੈ। ਜੇ ਕਿਸੇ ਨੂੰ ਰਸਦ ਦੀ, ਖੈਰ ਜੋ ਵੀ ਹੈ ਉਸ ਵੇਲੇ ਦਾ ਮਾਹੌਲ। ਸੋ ਹੁਣ ਜਦੋਂ ਇਸ ਗੱਲ ਦਾ ਪਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਲੱਗਾ, ਕੁਝ ਕੁ ਸਿੱਖਾਂ ਨੇ ਇਹ ਗੱਲ ਕਈ ਭਾਈ ਕਨ੍ਹੱਈਆ ਜੀ ਦੇ ਪ੍ਰਤੀ ਵੀ, ਸਤਿਗੁਰੂ ਜੰਗ ਦੇ ਮੈਦਾਨ ਦੇ ਵਿੱਚ ਭਾਈ ਕਨ੍ਹੱਈਆ ਜੀ ਜਿਹੜੇ ਨੇ ਉਹ ਸਿੱਖਾਂ ਨੂੰ ਵੀ ਉਹੋ ਜਿਹਾ ਟਰੀਟਮੈਂਟ ਦੇ ਰਹੇ ਨੇ ਅਤੇ ਦੁਸ਼ਮਣਾਂ ਨੂੰ ਵੀ ਉਹੋ ਜਿਹਾ ਟਰੀਟਮੈਂਟ ਦੇ ਰਹੇ ਨੇ, ਅਤੇ ਐਸਾ ਤਾਂ ਕਦੇ ਨਹੀਂ ਹੋ ਸਕੇਗਾ ਵੀ ਅਸੀਂ ਇਹ ਜੰਗ ਜਿਹੜੀ ਹੈ ਉਹ ਇਸ ਢੰਗ ਦੇ ਨਾਲ ਜਿੱਤ ਪਾਈਏ। ਖੈਰ, ਭਾਈ ਕਨ੍ਹੱਈਆ ਜੀ ਨੂੰ ਤਲਬ ਕੀਤਾ ਗਿਆ ਕਿਉਂਕਿ ਜਰਨੈਲ ਦਾ ਇਹ ਅਧਿਕਾਰ ਹੁੰਦਾ ਹੈ, ਕਮਾਂਡਰ ਉਹ ਇਨ ਚੀਫ ਦਾ ਇਹ ਅਧਿਕਾਰ ਹੁੰਦਾ ਵੀ ਜਿਹੜਾ ਜਰਨੈਲ ਕੋਈ ਇਹੋ ਜਿਹੀ ਗੱਲ ਕਰਦਾ ਤੇ ਉਹਨੇ ਜਵਾਬਦੇਹੀ ਦੇਣੀ ਹੈ। ਜਦੋਂ ਭਾਈ ਕਨ੍ਹੱਈਆ ਜੀ ਨੂੰ ਤਲਬ ਕੀਤਾ ਗਿਆ ਤੇ ਭਾਈ ਕਨ੍ਹੱਈਆ ਜੀ ਨੇ ਉੱਥੇ ਜਿਹੜੀ ਗੁਰੂ ਨੇ ਦ੍ਰਿਸ਼ਟੀ ਦਿੱਤੀ ਸੀ ਨਾ, ਜਿਹੜਾ ਨਜ਼ਰੀਆ ਗੁਰੂ ਨੇ ਦਿੱਤਾ ਸੀ, ਉਸ ਨਜ਼ਰੀਏ ਨੂੰ ਸਾਹਮਣੇ ਰੱਖਦਿਆਂ ਹੋਇਆਂ ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹੀ ਵੀ ਸਤਿਗੁਰੂ, ਮੈਂ ਜੰਗ ਦੇ ਮੈਦਾਨ ਦੇ ਵਿੱਚ ਜੋ ਮੈਨੂੰ ਸੇਵਾ, ਜੋ ਕਰਤੱਵ ਮਿਲਿਆ ਹੈ ਮੈਂ ਨਿਭਾ ਰਿਹਾ ਅਤੇ ਬੜੀ ਬਾਖੂਬੀ ਨਿਭਾ ਰਿਹਾ ਤੁਹਾਡੇ ਹੁਕਮ ਦੇ ਰਾਹੀਂ। ਪਰ ਜਿੱਥੇ ਮੈਂ ਇਸ ਜੰਗ ਦਾ ਇੱਕ ਨਿਮਾਣਾ ਜਿਹਾ ਸਿਪਾਹੀ ਹਾਂ, ਉੱਥੇ ਮੈਂ ਗੁਰੂ ਦਾ ਸਿੱਖ ਹਾਂ, ਉੱਥੇ ਮੈਂ ਗੁਰੂ ਦੇ ਦਰ ਦਾ ਇੱਕ ਨਿਮਾਣਾ ਜਿਹਾ ਕੂਕਰ ਹਾਂ, ਸਿੱਖ ਹਾਂ। ਅਤੇ ਸਿੱਖ ਹੋਣ ਦੇ ਨਾਤੇ ਮੇਰੇ ਗੁਰੂ ਨੇ ਮੈਨੂੰ ਇੱਕ ਨਜ਼ਰੀਆ ਦਿੱਤਾ ਹੈ, ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਸੋ ਮੈਂ ਇਸ ਨਜ਼ਰੀਏ ਨੂੰ ਰੱਖ ਕੇ, ਇਸ ਦ੍ਰਿਸ਼ਟੀ ਨੂੰ ਸਾਹਮਣੇ ਰੱਖ ਕੇ ਜਿਹੜਾ ਵੀ ਮੇਰੇ ਕੋਲ ਆਉਂਦਾ ਹੈ, ਕਿਉਂਕਿ ਮੇਰੇ ਗੁਰੂ ਦਾ ਇਹ ਨਜ਼ਰੀਆ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ ਹਰ ਬਿਰਧ ਸੁਆਮੀ ਸੰਦਾ। ਮੇਰੇ ਗੁਰੂ ਦਾ ਇਹ ਨਜ਼ਰੀਆ ਹੈ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਸੋ ਸਤਿਗੁਰੂ, ਮੈਂ ਹੁਣ ਇਸ ਨਜ਼ਰੀਏ ਨੂੰ ਸਾਹਮਣੇ ਰੱਖ ਕੇ ਜਿਹੜਾ ਵੀ ਮੇਰੇ ਅੱਗੇ ਆਉਂਦਾ, ਜਿਹੋ ਜੀ ਮੰਗ ਕਰਦਾ, ਮੈਂ ਉਹਦੀ ਲੋੜ ਨੂੰ ਪੂਰੀਆਂ ਕਰਦਾ ਵਾਂ। ਮੇਰਾ ਇਹ ਘਟਨਾ ਕਹਿਣ ਤੋਂ ਭਾਵ ਕੇਵਲ ਇੰਨਾ ਕੁ ਹੈ
ਵੀ ਗੁਰੂ ਸਾਨੂੰ ਇੱਕ ਨਜ਼ਰੀਆ ਦਿੰਦਾ ਹੈ। ਉਹ ਨਜ਼ਰੀਆ ਹੈ ਵੀ ਸਾਰਿਆਂ ਦੇ ਅੰਦਰ ਉਸ ਪਰਮਾਤਮਾ ਨੂੰ ਵੇਖ। ਜਿਹੜਾ ਪਰਮਾਤਮਾ ਤੇਰੇ ਮਨ ਦੀਆਂ ਅੱਖਾਂ ਨੂੰ ਦਿਸਣਾ ਬੰਦ ਹੋ ਗਿਆ ਜਾਂ ਧੁੰਦਲਾ ਦਿਸ ਰਿਹਾ ਹੈ, ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਫਿਰ ਇੱਕ ਚਸ਼ਮਾ ਲਾ। ਚਸ਼ਮਾ, ਉਹ ਚਸ਼ਮਾ ਕਿਹੜਾ ਹੈ? ਉਹਨਾਂ ਨੇ ਬੜੀ ਪਿਆਰੀ ਗੱਲ ਕਹੀ ਹੈ। ਉਹ ਕਹਿਣ ਲੱਗੇ ਅਸਮਾਨ ਮਿਆਨੇ ਲਹੰਗ ਦਰਿਆ, ਗੁਸਲ ਕਰਦਨ ਬੂਦ, ਕਰ ਫਕਰ ਦਾਇਮ। ਉਹ ਕਹਿੰਦੇ ਫਕੀਰੀ ਵਾਲਾ, ਬੰਦਗੀ ਵਾਲਾ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਾਂ ਤਹਾਂ ਮੌਜੂਦ। ਫਕੀਰੀ ਸੁਭਾਅ ਵਾਲਾ, ਬੰਦਗੀ ਵਾਲਾ, ਉਸ ਪਰਮਾਤਮਾ ਦੀ ਬੰਦਗੀ ਵਾਲਾ ਚਸ਼ਮਾ ਲਾ। ਤੇਰੇ ਮਨ ਨੂੰ ਚਸ਼ਮਾ ਲੱਗਾ ਹੋਵੇ, ਐਨਕ ਲੱਗੀ ਹੋਵੇ, ਤੇ ਉਹਦੀ ਪਾਵਰ ਪਤਾ ਕੀ ਹੋਵੇ? ਬੰਦਗੀ। ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਵੀ ਬਾਹਰੀ ਤੌਰ 'ਤੇ ਅੱਖਾਂ ਨੂੰ ਧੁੰਦਲਾ ਨਜ਼ਰ ਆਉਣਾ ਸ਼ੁਰੂ ਹੋ ਜਾਵੇ ਤੇ ਡਾਕਟਰ ਪਾਵਰ ਦੇ ਚਸ਼ਮੇ ਲਾਉਂਦੇ ਨੇ ਵੀ ਆਹ ਪਾਵਰ ਹੈ, ਤੈਨੂੰ ਇੰਨੀ ਪਾਵਰ ਦਾ ਚਸ਼ਮਾ ਲੱਗਣਾ ਹੈ। ਸਤਿਗੁਰੂ ਜੀ ਵੀ ਕਹਿੰਦੇ ਨੇ ਤੂੰ ਵੀ ਚਸ਼ਮਾ ਲਾ ਤੇ ਉਹਦੀ ਪਾਵਰ ਜਿਹੜੀ ਹੈ ਉਹ ਪਰਮਾਤਮਾ ਦੀ ਬੰਦਗੀ ਹੋਵੇ। ਜੇ ਤੇਰੇ ਕੋਲ ਬੰਦਗੀ ਹੋਵੇਗੀ ਤੇ ਤੈਨੂੰ ਸਾਰਿਆਂ ਦੇ ਵਿੱਚੋਂ ਫਿਰ ਰੱਬ ਨਜ਼ਰ ਆਵੇਗਾ, ਰੱਬ ਦੀ ਹੋਂਦ ਨਜ਼ਰ ਆਵੇਗੀ। ਫਿਰ ਤੈਨੂੰ ਭਾਈ ਕਨ੍ਹਈਆ ਜੀ ਦੇ ਵਾਂਗੂ ਦੁਸ਼ਮਣ ਦੇ ਵਿੱਚੋਂ ਵੀ ਰੱਬ ਨਜ਼ਰ ਆਵੇਗਾ। ਤੇ ਮੈਂ ਅਕਸਰ ਇਸ ਗੱਲ ਦੀ ਬੇਨਤੀ ਕਰਿਆ ਕਰਦਾ, ਸਾਧ ਸੰਗਤ ਜੀਓ, ਸਾਡੀ ਹਾਲਾਤ ਇਹ ਬਣੀ ਪਈ ਹੈ ਵੀ ਸਾਨੂੰ ਅਜੇ ਆਪਣਿਆਂ ਦੇ ਵਿੱਚੋਂ ਰੱਬ ਨਜ਼ਰ ਨਹੀਂ ਆ ਰਿਹਾ, ਆਪਣਿਆਂ ਦੇ ਵਿੱਚੋਂ ਆਪਣੇ ਨਜ਼ਰ ਨਹੀਂ ਆ ਰਹੇ, ਦੁਸ਼ਮਣ ਦੇ ਵਿੱਚੋਂ ਆਪਣੇ ਨਜ਼ਰ ਆ ਜਾਣ, ਇਹ ਤਾਂ ਬਹੁਤ ਦੂਰ ਦੀ ਗੱਲ ਹੈ। ਤੁਸੀਂ ਵੇਖੋ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਿੱਡਾ ਪਿਆਰਾ ਇੱਕ ਸਾਨੂੰ ਨਜ਼ਰੀਆ ਦਿੱਤਾ, ਕਿੱਡੀ ਪਿਆਰੀ ਦ੍ਰਿਸ਼ਟੀ ਦਿੱਤੀ ਹੈ। ਹੁਣ ਭਾਵੇਂ ਲੋਕਾਂ ਨੂੰ ਸੱਜਣ ਠੱਗ ਦੇ ਵਿੱਚੋਂ ਠੱਗ ਨਜ਼ਰ ਆ ਰਿਹਾ, ਪਰ ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ ਜਿਹੜੀ ਹੈ ਨਾ, ਉਹ ਸੱਜਣ ਦੇ ਵਿੱਚੋਂ ਠੱਗ ਨੂੰ ਨਹੀਂ ਵੇਖਦੀ, ਬਲਕਿ ਭਾਈ ਸੱਜਣ ਨੂੰ ਵੇਖਦੀ ਹੈ। ਲੋਕਾਂ ਨੂੰ ਭੂਮੀਏ ਚੋਰ ਦੇ ਵਿੱਚੋਂ ਚੋਰ ਨਜ਼ਰ ਆ ਰਿਹਾ ਹੈ, ਕਿਉਂਕਿ ਉਹ ਲੋਕਾਂ ਦੀ ਦ੍ਰਿਸ਼ਟੀ ਹੈ। ਪਰ ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ, ਗੁਰੂ ਦੀ ਦ੍ਰਿਸ਼ਟੀ ਭੂਮੀਏ ਦੇ ਵਿੱਚੋਂ ਚੋਰ ਨਹੀਂ ਵੇਖਦੀ, ਬਲਕਿ ਉਸ ਚੋਰ ਦੀ ਤਹਿ ਹੇਠ ਲੁਕੇ ਹੋਏ ਉਸ ਭਾਈ ਨੂੰ ਵੇਖਦੀ ਹੈ। ਤੇ ਗੁਰੂ ਨਾਨਕ ਸਾਹਿਬ ਕੀ ਕਰਦੇ ਨੇ? ਉਸ ਚੋਰ ਵਾਲੀ ਤਹਿ ਨੂੰ ਵਲੇਟ ਕੇ ਭੂਮੀਏ ਦੇ ਅੰਦਰੋਂ ਉਹ ਇੱਕ ਪਾਸੇ ਕਰਕੇ ਰੱਖ ਦਿੰਦੇ ਨੇ, ਤੇ ਜਿਹੜੀ ਚੋਰ ਦੀ ਤਹਿ ਨੇ, ਜਿਹੜੀ ਚੋਰ ਵਾਲੀ ਲੇਅਰ ਨੇ ਭਾਈ ਭੂਮੀਏ ਦੇ ਭਾਈਪਨ ਨੂੰ ਦਬਾਇਆ ਹੋਇਆ ਸੀ ਨਾ, ਉਹ ਭਾਈਪਨ ਉੱਤੇ ਆ ਜਾਂਦਾ ਤੇ ਉਹ ਭੂਮੀਆ ਜਿਹੜਾ ਹੈ ਉਹ ਫਿਰ ਉਹ ਚੋਰ ਨਹੀਂ, ਉਹ ਭਾਈ ਭੂਮੀਆ ਬਣ ਜਾਂਦਾ। ਇਹ ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ ਹੈ, ਇਹ ਗੁਰੂ ਦੀ ਦ੍ਰਿਸ਼ਟੀ ਹੈ। ਖੈਰ, ਆਪਾਂ ਗੱਲ ਕਰ ਰਹੇ ਸੀ ਅੱਜ ਦੇ ਇਸ ਪਾਵਨ ਬਚਨ ਦੀ, ਜੋ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਾਡੇ ਸਾਹਮਣੇ ਰੱਖੇ। ਆਓ ਇਸ ਨੂੰ ਆਪਾਂ ਵਿਚਾਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਹਿੰਦੇ ਨੇ, ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਧਰੀ। ਹੇ ਮੇਰਿਓ ਅੱਖੀਓ, ਉਸ ਪਰਮਾਤਮਾ ਨੇ ਤੁਹਾਡੇ ਅੰਦਰ ਜੋਤ ਟਿਕਾਈ ਹੈ, ਤੁਹਾਨੂੰ ਵੇਖਣ ਦੀ ਸੱਤਾ ਦਿੱਤੀ ਹੈ, ਸ਼ਕਤੀ ਦਿੱਤੀ ਹੈ। ਹਰ ਬਿਨ ਅਵਰ ਨਾ ਦੇਖੋ ਕੋਈ, ਤੇ ਤੁਹਾਡਾ ਇਹ ਫਰਜ਼ ਬਣ ਜਾਂਦਾ ਹੈ ਵੀ ਪਰਮਾਤਮਾ ਤੋਂ ਬਗੈਰ ਫਿਰ ਕਿਸੇ ਹੋਰ ਨੂੰ ਵੇਖੋ ਨਾ। ਸਾਰਿਆਂ ਦੇ ਵਿੱਚ, ਸਮੁੱਚੇ ਸੰਸਾਰ ਦੇ ਵਿੱਚ ਤੁਹਾਨੂੰ ਰੱਬ ਨਜ਼ਰ ਆਵੇ, ਤੁਹਾਨੂੰ ਮਿੱਤਰ ਦੇ ਵਿੱਚੋਂ ਵੀ ਰੱਬ ਨਜ਼ਰ ਆਵੇ, ਤੁਹਾਨੂੰ ਦੁਸ਼ਮਣ ਦੇ ਵਿੱਚੋਂ ਵੀ ਰੱਬ ਨਜ਼ਰ ਆਵੇ, ਤੁਹਾਨੂੰ ਤੁਹਾਡੇ ਘਰ ਬੈਠੇ ਵੀ ਰੱਬ ਨਜ਼ਰ ਆਵੇ, ਤੇ ਜੇ ਘਰੋਂ ਬਾਹਰ ਹੋ ਤੇ ਉੱਥੇ ਵੀ ਤੁਹਾਨੂੰ ਰੱਬ ਨਜ਼ਰ ਆਵੇ, ਤੁਹਾਨੂੰ ਹਰ ਇੱਕ ਦਿਸ਼ਾ ਦੇ ਵਿੱਚ ਰੱਬ ਨਜ਼ਰ ਆਵੇ। ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਸਤਿਗੁਰੂ ਜੀ ਕਹਿਣ ਲੱਗੇ ਪਰਮਾਤਮਾ ਤੋਂ ਇਲਾਵਾ ਕਿਸੇ ਹੋਰ ਨੂੰ ਨਾ ਵੇਖੋ, ਕੋਈ ਹੋਰ ਤੁਹਾਨੂੰ ਨਜ਼ਰ ਹੀ ਨਾ ਆਵੇ, ਭਾਵੇਂ ਉਹ ਮਾੜਾ ਹੈ, ਕੋਈ ਚੰਗਾ ਹੈ, ਉਹਦੇ ਵਿੱਚੋਂ ਤੁਸੀਂ ਰੱਬੀ ਗੁਣਾਂ ਨੂੰ ਵੇਖੋ। ਨਦਰੀ ਹਰ ਨਿਹਾਲਿਆ। ਤੇ ਸਤਿਗੁਰੂ ਜੀ ਕਹਿਣ ਲੱਗੇ ਇਹਨਾਂ ਅੱਖਾਂ ਦੇ ਨਾਲ ਉਸ ਪਰਮਾਤਮਾ ਨੂੰ ਵੇਖੋ। ਇਹ ਵੇ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਸਤਿਗੁਰੂ ਜੀ ਕਹਿਣ ਲੱਗੇ ਆ ਜਿਹੜਾ ਸਾਰਾ ਵਿਸ਼ਵ, ਇਹ ਸੰਸਾਰ ਤੁਸੀਂ ਵੇਖਦੇ ਹੋ ਨਾ, ਇਹ ਅਸਲ 'ਚ ਪਰਮਾਤਮਾ ਦਾ ਰੂਪ ਹੀ ਹੈ। ਹੁਣ ਵੇਖੋ ਕਿੱਡੀ ਬਾ ਕਮਾਲ ਗੱਲ ਹੈ। ਜੇ ਬੰਦਾ ਇਹ ਨਜ਼ਰੀਆ, ਇਹ ਦ੍ਰਿਸ਼ਟੀ ਆਪਣੇ ਜੀਵਨ ਦੇ ਵਿੱਚ ਅਪਣਾ ਲਵੇ ਜਿਹੜੀ ਗੁਰੂ ਨੇ ਦਿੱਤੀ ਹੈ, ਤੇ ਕੀ ਫਿਰ ਸੰਸਾਰ ਦੇ ਉੱਤੇ ਝਗੜੇ, ਕਲੇਸ਼, ਆਪਸੀ ਈਰਖਾ, ਦਵੈਸ਼ ਇਹ ਰਹਿ ਜਾਵੇਗੀ? ਕੀ ਫਿਰ ਇਨਸਾਨ ਦਾ ਵੈਰੀ ਬਣੇਗਾ? ਜਿੱਦਣ ਸਾਨੂੰ
ਇਹ दृष्टि नज़र आ गई कि फिर साडे जीवन च उच्चे नीचे उच्चे नीवें की कोई गल रहेगी, कोई जात पात वाले झगड़े रहणगे। हुण सतगुरु जी कहंदे ने यह विस संसार तुम देखदे यह हर का रूप है, ये परमात्मा का रूप है, हर रूप नदरी आया, इहदे विचों परमात्मा नूं वेख। ते गुरु साहब जी कहंदे ने ये नुकता ये बख्शिश किन्हां ते हुंदी है, गुर प्रसादी बुझिया जा वेखां हर एक है। गुरु की किरपा के नाल जदों इस गल नूं समझ लिया जाता भी परमात्मा सारे संसार दे विच है, यह जग सच्चे की है कोठड़ी सच्चे का, विश्वास वाली जदों गल आ जाती है, जां वेखा हर एक है। हुण जिधर भी वेखदा उधर एक परमात्मा ही नज़र आउंदा है, जिधर भी। हुण ये नहीं भी रब किते विशेष दिशा वाले पासे है या किसी विशेष थां ते बैठा है, हुण सारियां थावां ते रब नज़र आउंदा है, जहाँ जहाँ पेखो तां हजूर वाली गल आउंदी है। हर बिन अवर ना कोई, हुण रब तो इलावा होर कोई दूसरा नज़र ही नहीं आता। कहे नानक यह नेत्र अंध से सतगुर मिले दिव्य दृष्ट हुई। तो अखीर ते सतगुरु जी कहते ने नानक ये गल आखदा है, पहला मेरियां अखां अन्नियां सन, पहला इन्हां नूं नज़र नहीं सी आउंदा, माया दे मोह दे विच फस के, पर जदों दा गुरु की किरपा का पात्र बनिया, जदों गुरु की दृष्टि लई है, जदों गुरु के कोलों वो बंदगी का चश्मा लिया है, बंदगी की पावर वाला जदों चश्मा गुरु के कोलों ले लिया, तो सतगुरु जी कहन लगे सतगुर मिले दिव्य दृष्ट होई। हुण गुरु नूं मिल के ये दृष्टि जिहड़ी है ये दिव्य बन गई है, ये चमकीली बन गई है, रोशन बन गई है। भाव हुण सब कुछ साफ साफ नज़र आ रहा। हुण सारियां थावां ते सारियां दे विच हुण एक परमात्मा जिहड़ा है वो नज़र आउंदा है, एक वाहिगुरू की जोत नज़र आती है। तो जदों आ दृष्टि साडे कोल आ गई, उदण ना तो फिर कोई उच्चा रहेगा, ना कोई नीवा रहेगा, ना कोई माड़ा रहेगा, ना चंगा रहेगा, ना कोई अमीर रहेगा, ना गरीब, ना जातां पातां दे कोई भेदभाव रहणगे, ना रंग नस्लों के कोई भेदभाव रहणगे। फिर उदण सारियां दे विचों सानूं वो एक परमात्मा नज़र आवेगा। सो आओ गुरु कृपा करे, गुरु की दृष्टि नूं असी अपने जीवन के अंदर अपनाउण दा यतन करिए। जिहड़े चश्मे गुरु सानू दे रहा है, जिहड़ियां ऐनकां गुरु सानू दे रहा है, उन्हां ऐनकां नूं मन दीआं अखां ते लाइए, ताकि साडे भी हो सकन यह लोग सुखीए परलोक सुहेले। नानक हर प्रभ आपे मेले, भुलां चुकां दी खिमा। वाहिगुरू जी का खालसा, वाहिगुरू जी की फतेह।